ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम व्यूअर्स ਤੁਸੀਂ ਵੇਖ ਰਹੇ ਹੋ ਜੀ ਬਿਜ਼ਨਸ ਇਨਫੋ। ਮੈਂ ਬਿਲਾਲ ਨਜ਼ੀਰ। ਅੱਜ ਦੀ ਵੀਡੀਓ ਇੱਕ ਹੋਰ ਇੰਤਹਾਈ ਅਹਿਮ ਵੀਡੀਓ ਵੇ। ਅੱਜ ਦੀ ਵੀਡੀਓ ਮੱਝਾਂ ਤੇ ਡੰਗਰਾਂ ਦੇ ਹਵਾਲੇ ਨਾਲ ਹੈ। ਇਸ ਵੀਡੀਓ ਦੇ ਵਿੱਚ ਤਫਸੀਲ ਦੇ ਨਾਲ ਦੱਸਿਆ ਜਾਏਗਾ। ਜਨਾਬ ਜੱਟ ਮੁਨੱਵਰ ਸਾਹਿਬ ਸਾਡੇ ਨਾਲ ਗੱਲ ਕਰਨਗੇ और मुनव्वर साहब अपने तजर्बात नाल सानू मुस्तफीद करनगे, अपने तजर्बात की रोशनी सानू दसणगे कि मझां किस तरह पालते हैं। यह वीडियो इंतहाई अहम है उन्होंने तमाम दोस्तों वास्ते, किसानों वास्ते, भरावां वास्ते जिहड़े मझां पालना चाहते हैं। मैं उन्होंने अगे रिक्वेस्ट करांगा कि यह वीडियो एंड तक जरूर वेखो और तुहानू इंशाअल्लाह ज़रूर फ़ायदा मिलेगा। डंगरां दे मनाजर तो फार्म जोड़े ने 2-3 इकट्ठे ही फार्म ने इत्थे, उन्होंने सारे के मनाजर भी तुहानू दसे जाएंगे, नाल इंटरव्यू भी सुनाया जाएगा। और उम्मीद है कि तुसी इस इंटरव्यू बहुत ज़्यादा इंजॉय करोगे। और नाल मट्ठी मट्ठी बारिश भी हो रही है और बारिश के इन्हां दे मनाजर मझां दे और डंगरां दे और सारियां चीज़ां दे मनाजर और खूबसूरत लग रहे हैं। तो बिला तहीर आओ जी अज की एक इंतहाई खूबसूरत और शानदार वीडियो शुरू करने आ। शुरू करने तो पहले साडे चैनल नूं बिजनेस इन्फो नूं सबसक्राइब भी करियो और इन्हूं लाइक भी करियो, उन्हें शेयर भी करियो। वीडियो पसंद आए तो जनाब कमेंट भी करिया जे, अगर कोई सवाल होए तो एंड ते ज़रूर पूछया गए। तो बिला तहीर आओ अपनी वीडियो शुरू करने और एक इंतहाई अहम मुनव्वर जट साहब का जट वाले स्टाइल दे असीं इंटरव्यू सुनने। अस्सलाम वालेकुम जी। वालेकुम सलाम। चाचा जी की नाम है तारा? मुनव्वर सैन। मुनव्वर सैन साहब ਇਹ ਕਿਹੜੀ ਜਗ੍ਹਾ ਹੈ? सालिया। ਸਾਲੀਆ। ਅੱਗੇ ਤੁਹਾਡਾ ਪਹਿਲੇ ਇੱਕ ਤਫਸੀਲੀ ਇੰਟਰਵਿਊ ਹੋ ਚੁੱਕਿਆ, ਸਾਡਾ ਦੂਸਰਾ ਇੰਟਰਵਿਊ ਹੈ। ਦੱਸਿਓ ਕਿ ਤੁਹਾਡੇ ਕੋਲ ਮਾਸ਼ਾਅੱਲਾ ਤੁਸੀਂ ਦੱਸਿਆ ਹੈ ਕਿ ਮੇਰੇ ਕੋਲ 30-35 ਡੰਗਰ ਨੇ, ਇਹਨਾਂ ਦੀ ਰੂਟੀਨ ਦੱਸਿਓ। ਸਵੇਰੇ ਕਿੰਨੇ ਵਜੇ ਇਹਨਾਂ ਨੂੰ ਤੁਸੀਂ ਧਾਰਾਂ ਕੱਢਦੇ ਹੋ, ਕਿੰਨੇ ਵਜੇ ਪੱਠੇ ਪਾਉਂਦੇ ਹੋ, ਕਿੰਨੇ ਵਜੇ ਇਹਨਾਂ ਨੂੰ ਬਾਹਰ ਕੱਢਦੇ ਹੋ? ਸਵੇਰੇ ਅਸੀਂ ਹਿਸਾਬ ਨਾਲ 5 ਵਜੇ ਨੇ ਉੱਠੀ ਦਾ। 5 ਵਜੇ ਉੱਠੀ ਦਾ ਤੇ ਮੈਂ ਤੇ ਮਾਜੇ ਨਮਾਜ਼ ਪੜ੍ਹਨ ਟੁਰ ਜਾਂਦਾ। ਸਹੀ ਹੈ। ਨਮਾਜ਼ ਪੜ੍ਹ ਕੇ ਤੇ ਫਿਰ ਇਹਨਾਂ ਮੁੰਡਿਆਂ ਨੂੰ ਜਗਾ ਜਗੂ ਜਾਈਦਾ, ਬੱਚਿਆਂ ਨੂੰ ਤਾਂ ਵੀ ਨਮਾਜ਼ ਪੜ੍ਹਨ ਟੁਰ ਜਾਈਦਾ। ਨਮਾਜ਼ ਪੜ੍ਹ ਕੇ ਨਾ ਤੇ ਫਿਰ ਆਣ ਕੇ ਨਾ ਮੁੰਡੇ ਪਾੜਾ ਛੜਾ ਕਰਦੇ ਨੇ, ਤਾਂ ਕੇ ਫਿਰ ਧਾਰਾਂ ਲੱਗ ਪਈਦਾ, ਧਾਰਾਂ ਕੱਢਣ ਲੱਗ ਪੈਂਦੀਆਂ ਨੇ, ਪੱਠੇ ਪਾ ਕੇ ਗਤਾਵਾ ਇਹਨਾਂ ਨੂੰ ਵੰਡਾ ਛੰਡਾ ਪਾ ਕੇ। ਸਹੀ ਹੈ। ਵੰਡਾ ਪਾਈਦਾ ਤੇ ਫਿਰ ਨਾਲ ਹੀ ਝਵਾਈ ਲੱਗ ਪਈਦੀ। ਵੰਡਾ ਵੀ ਦੋ ਕਮਾਣ ਵੰਡ ਪਾਈਦਾ, ਕਮਾਣ 2 ਤੂੜੀ ਪਾਈਦੀ ਹੈ। ਅੱਛਾ। ਤੇ ਉਸੇ ਵੰਡ ਦੇ ਨਾਲ ਹੀ ਮਈਆਂ ਖਾ ਕੇ ਤਾਂ ਨਾਲ ਚੋਈ ਜਾਈਦੀਆਂ ਨੇ ਤੇ ਮਈਆਂ ਨੂੰ ਪਾਣੀ ਛਣੀ ਡਾਈ ਜਾਈਦਾ, ਬਾਹਰ ਬੰਨੀ ਜਾਈਦੀਆਂ ਨੇ। ਚਾਰੇ ਚ ਅੱਜ ਕੱਲ੍ਹ ਤਾਂ ਚਰੀ ਚੱਲ ਰਹੀ ਹੈ ਤੇ ਦੂਸਰਾ ਵੰਡਾ ਤੂੜੀ ਨਹੀਂ ਅੱਜ ਕੱਲ੍ਹ ਚਰੀ ਜਿਹੜੀ ਹੈ ਨਾ ਅੱਜ ਕੱਲ੍ਹ ਹਿਸਾਬ ਨਾਲ ਖਤਮ ਹੋਈ ਹੈ, ਖਤਮ ਹੋਣ ਵਾਲੀ ਹੈ। ਹਾਂ ਚਰੀ ਅੱਜ ਕੱਲ੍ਹ ਕਾਦੀ ਜਿਹੀ ਤੂੜੀ ਪਾ ਲਈ ਤੇ ਚਰੀ ਪਾ ਲਈ, ਇੱਕੋ ਹੀ ਹਿਸਾਬ ਇਹਦਾ। ਪੱਕੀ ਹੁੰਦੀ ਅੱਜ ਕੱਲ੍ਹ ਚਰੀ ਤੇ ਹਿਸਾਬ ਨਾਲ ਉਹ ਜੀ ਖਤਮ ਹੋਈ, ਹੁਣ ਐਂਡ ਹੋਇਆ ਚਰੀ ਦਾ। ਤੇ ਮੈਂ ਪੁੱਛਣਾ ਚਾਹ ਰਿਹਾ ਸਬਜ਼ੀ ਤੋਂ ਇਲਾਵਾ ਕੀ ਪਾਉਂਦੇ ਉਹਨਾਂ ਨੂੰ? ਸਬਜ਼ੀ ਤੋਂ ਇਲਾਵਾ ਤੂੜੀ ਪਾਈ ਦੀ ਹੈ ਤੇ ਤੂੜੀ ਵਾਂਡੀ ਪਾਈਦਾ। ਵੰਡ ਦੇ ਵਿੱਚ ਕੀ ਪਾ ਰਹੇ ਹੋ? ਵੰਡ ਅਸੀਂ ਤੇ ਦਲੀਆ ਪਾਉਂਦੇ ਜੇ ਅੱਜ ਕੱਲ੍ਹ ਕਣਕ ਦਾ, ਤੇ ਨਾਲ ਆ ਘਰਾ ਚਣਿਆਂ ਦਾ ਹੁੰਦਾ ਸਹੀ। ਉਹ ਪਾਈਦਾ ਤੇ ਕੌੜੀ ਖਾਲ ਪਾਈ ਦੀ ਹੈ। ਬਾਜ਼ਾਰੀ ਨਹੀਂ ਲਿਆ ਰਹੇ? ਹੈ ਬਾਜ਼ਾਰੀ ਬਾਜ਼ਾਰੀ ਇਹੋ ਹੀ ਲਿਆਈਦਾ, ਹੋਰ ਤਾਂ ਕੋਈ ਨਹੀਂ। ਨਹੀਂ ਬਾਜ਼ਾਰ ਦਾ ਵੀ ਇੱਕ ਬਣਿਆ ਹੁੰਦਾ ਨਾ ਸਾਰਾ, ਉਹ ਨਹੀਂ ਪਾਈਦਾ। ਉਹ ਨਹੀਂ ਪਾਉਂਦੇ? ਉਹ ਨਹੀਂ ਪਾਈਦਾ। ਉਹ ਇੱਕ ਵਾਰੀ ਪਾਇਆ ਸੀ ਹਾਂ ਅੱਛਾ। ਐਵੇਂ ਬੰਦਾ ਪਿਆ ਕੇ ਤੋ ਮਈਆਂ ਨੇ ਸੌਰੀਆਂ ਨਹੀਂ ਹਨ, ਮਈਆਂ ਗਰਮ ਬੜੀਆਂ ਹੋ ਗਈਆਂ, ਨਿਕਲ ਗਈਆਂ ਨੇ ਸੌਣ ਵਾਲੀਆਂ। ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬਾਜ਼ਾਰੀ ਨਹੀਂ ਪਾਉਣਾ ਚਾਹੀਦਾ? ਉਹ ਯਾਰ ਬਾਜ਼ਾਰੀ ਨਹੀਂ ਵੰਡ ਜਿਹੜਾ ਨਵਾਂ ਬਣਾਉਂਦੇ ਨੇ, ਉਹ ਜਿਹੜਾ ਹੁੰਦਾ ਪਿਆ ਵੰਡ ਬੋਰੀਆਂ ਵਿੱਚ ਹੈ, ਉਹ ਤਾਂ ਨਹੀਂ ਹਜੇ ਵੰਡ ਠੀਕ ਆ, ਸਾਡੇ ਮਾਲ ਨੂੰ ਤਾਂ ਨਹੀਂ ਹਜੇ ਲੱਗਾ। ਤਾਂ ਉਦੋਂ ਬਾਅਦ ਪਾਏ ਆਏ ਵੀ ਨੇ 2-3 ਵਾਰੀ ਹੋ ਕੇ ਵੰਡ ਲਓ, ਇੰਜ ਕਰੋ ਉਹ ਕਰੋ, ਤੇ ਦਿਲ ਹੀ ਨਹੀਂ ਕਰਦਾ ਫਿਰ ਲੈਣ ਤੇ। ਹੈ ਇਹ ਤੁਹਾਡਾ ਤਜਰਬਾ ਦੇ ਬਾਰੇ ਜ਼ਰਾ ਠੀਕ ਨਹੀਂ? ਠੀਕ ਨਹੀਂ ਆਇਆ, ਚਾਰੇ ਉਹ ਗਰਮ ਬੜਾ। ਤੁਹਾਡੇ ਕੋਲ ਮਾਸ਼ਾਅੱਲਾ ਡੰਗਰ ਨੇ 30-35 ਤੁਹਾਨੂੰ ਦੱਸਿਆ, ਇਹਨਾਂ ਚਾਰੇ ਦਾ ਰਕਬਾ ਕਿੰਨਾ ਹੋਣਾ ਚਾਹੀਦਾ ਤੁਹਾਡੇ ਕੋਲ? ਕਿੰਨੇ ਪਹਿਲੀ ਹੋਏ ਦੁਬਾਰਾ ਖਾਂਦੀ? ਨਹੀਂ ਆ 5-6 ਕਿੱਲੇ ਸਾਡੇ ਕੋਲ, ਤੇ ਚਲੋ ਕੰਮ ਪਈ ਚਲਾਉਂਦੀ ਹੈ। ਅੱਛਾ। ਉਹ ਪੂਰੇ ਹੋ ਜਾਂਦੇ ਨੇ ਪੱਠੇ? ਹਾਂ ਹੋ ਹੀ ਜਾਂਦੇ ਨੇ, ਜਦੋਂ ਤਕਰੀਬਨ ਉਂਝ ਮੁੱਕ ਜਾਂਦੇ ਫਿਰ ਤਾਂ ਸਾਰੀ ਦੁਨੀਆ ਨੇ ਮੁੱਕਣੇ ਹੁੰਦੇ ਨੇ। ਅੱਛਾ। ਉਹਨੇ ਜ਼ਰਾ ਖਰਚਾ ਦੱਸਿਓ ਕਿ ਚਾਰੇ ਦਾ ਖਰਚਾ ਪਾ ਕੇ, ਵੰਡੇ ਦਾ ਖਰਚਾ ਪਾ ਕੇ, ਲੇਬਰ ਦਾ, ਇੱਕ ਮੱਝ ਦਾ ਤੁਹਾਨੂੰ ਕਿੰਨਾ ਖਰਚਾ ਪੈ ਜਾਂਦਾ? 300 ਰੁਪਇਆ ਹੋਏਗਾ। 300-400 ਰੁਪਇਆ ਪੈ ਜਾਂਦਾ ਹਾਂ ਤੁਹਾਡੇ ਮੁਤਾਬਿਕ? ਚਲੋ ਠੀਕ ਹੈ। 300-400 ਠੀਕ ਹੈ, ਨਹੀਂ ਪੈਂਦਾ। ਹਾਂ। ਇਸ ਤੋਂ ਇਲਾਵਾ ਕੋਈ ਖਰਚਾ ਦੱਸਿਓ, ਕੋਈ ਦਵਾਈ ਦਾ ਜਾਂ ਹੋਰ ਕੋਈ ਵਿੱਚ ਖਰਚਾ ਅਜ਼ਾਫੀ ਪਈ ਹੈ ਮੱਝਾਂ ਦੇ ਵਾਲੇ ਨਾਲ? ਦਵਾਈ ਦਾ ਤੇ ਹੈ, ਜੇ ਕਿਤੇ ਕੋਈ ਵੱਲ ਛਲ ਨਾ ਰਹੇ ਤਾਂ ਤਕਰੀਬਨ ਮਈਆਂ ਠੀਕ ਰਹਿੰਦੀਆਂ, ਜਦੋਂ ਬਿਮਾਰ ਹੋ ਜਾਂਦਾ ਉਦੋਂ ਤਾਂ ਫਿਰ ਖਰਚਾ ਪੈਣਾ ਹੀ ਹੁੰਦਾ। ਸਹੀ। ਤੇ ਚਲੋ ਜੇ ਤਕਰੀਬਨ ਐਵੇਂ ਬੰਦਾ ਪਿਆ ਕੇ ਮਈਆਂ ਠੀਕ ਹੀ ਰਹਿੰਦੀਆਂ ਨੇ। ਅੱਛਾ। ਮੈਂ ਤੁਹਾਨੂੰ ਗੱਲ ਪੁੱਛਣਾ ਚਾਹ ਰਿਹਾ ਕਿ ਤੁਹਾਡਾ ਮਾਸ਼ਾਅੱਲਾ ਇੰਨਾ ਤਜਰਬਾ ਹੈ, ਕਿਸ ਤਰ੍ਹਾਂ ਅਸੀਂ ਮੱਝਾਂ ਨੂੰ ਘੱਟ ਤੋਂ ਘੱਟ ਖਰਚੇ ਤੋਂ ਜ਼ਿਆਦਾ ਅਸੀਂ ਦੁੱਧ ਲੈ ਸਕਦੇ ਹਾਂ? ਯਾਨੀ ਘੱਟ ਤੋਂ ਘੱਟ ਖਰਚਾ ਕਿਸ ਤਰ੍ਹਾਂ ਕੀਤਾ ਜਾਏ? ਕੋਈ ਤੁਹਾਡੇ ਕੋਲ ਗੋਰਾ ਹੈ? ਨਹੀਂ ਗੋਰ ਕੋਈ ਨਹੀਂ ਜੇ। ਸਵਾਹ ਵੰਡ ਤੇ ਮਈਆਂ ਦੁੱਧ ਨਹੀਂ ਦਿੰਦੀਆਂ, ਪੱਠੇ ਭਾਵੇਂ ਜਿੰਨੇ ਮਰਜ਼ੀ ਪਾਈਏ, ਵੰਡਾ ਮਈਆਂ ਨੂੰ ਲਾਜ਼ਮੀ ਹੈ। ਸਹੀ। ਵੰਡ ਮਈਆਂ ਖਾਣ, ਮਈਆਂ ਵੀ ਕਾਇਮ ਰਹਿੰਦੀਆਂ, ਰਾਜੀ ਰਹਿੰਦੀਆਂ ਨੇ, ਦੁੱਧ ਵੀ ਮਈਆਂ ਚੰਗਾ ਦਿੰਦੀਆਂ ਨੇ ਹੈ, ਤੇ ਖਰਚੇ ਵੀ ਪੂਰੇ ਕਰੀ ਜਾਂਦੀਆਂ ਨੇ। ਜਿਹੜਾ ਬੰਦਾ ਮਈਆਂ ਦਾ ਖਰਚਾ ਬਚਾਉਣ ਵਾਲਾ ਨਾ ਉਹ ਮਈਆਂ ਮਾਰ ਲੈਂਦਾ। ਜ਼ਬਰਦਸਤ। ਯਾਨੀ ਕਿ ਉਹ ਸਰਫਾ ਨਹੀਂ ਕਰਨਾ ਚਾਹੀਦਾ? ਸਰਫਾ ਨਹੀਂ ਮਾਲ ਤੇ ਕਰਨਾ ਚਾਹੀਦਾ, ਇਹ ਤੇ ਅਸੀਂ ਆਖਾਂਗੇ ਕਿ ਮਾਲ ਤੇ ਸਰਫਾ ਨਹੀਂ ਕਰਨਾ ਚਾਹੀਦਾ। ਵੈਸੇ ਵੀ ਜਿਹੜਾ ਰੱਬ ਦੀ ਜ਼ਾਤ ਨਾਰਾਜ਼ ਹੋਈ ਅਗਰ ਤੁਸੀਂ। ਠੀਕ ਹੈ। ਤੇ ਮਜ਼ਦੂਰ ਤੁਸੀਂ ਕੋ ਰੱਖਿਆ ਇਹਨਾਂ ਡੰਗਰਾਂ ਵਾਸਤੇ? ਨਹੀਂ, ਕੋਈ ਲੱਭ ਜੇ ਤੇ ਰੱਖ ਲਈਦਾ, ਨਾ ਲੱਭੇ ਤਾਂ ਕੰਮ ਆਪੀ ਪੈ ਚਲਾਈਦਾ। ਨਹੀਂ ਪੁੱਛਣ ਦਾ ਮਕਸਦ ਹੈ ਵੀ ਕਿ ਤੁਸੀਂ ਕਹਿੰਦੇ ਲੱਭ ਜੇ ਤੇ ਰੱਖ ਲਈਦਾ, ਮਤਲਬ ਤੁਹਾਨੂੰ ਜ਼ਰੂਰਤ ਪੈਂਦੀ ਹੈ? ਹਾਂ ਜ਼ਰੂਰਤ ਪੈ ਜਾਂਦੀ ਹੈ, ਰੱਖ ਲਈਦਾ। ਅੱਛਾ। ਤੇ ਜੇ ਨਾ ਕੋਈ ਮਿਲੇ ਤੇ ਫਿਰ ਆਪੀ ਕੰਮ ਪਿਆ ਚਲਾਈਦਾ। ਆਪ ਹੀ ਕਿੰਨੇ ਬੰਦੇ ਚਲਾ ਰਹੇ? ਆਪੀ ਹੁਣ ਅਸੀਂ 4 ਬੰਦੇ ਜੇ।
ਠੀਕ ਹੈ, ਇੱਕ ਤੁਸੀਂ ਹੋ ਗਏ ਨਾਲ ਤੁਹਾਡੇ ਬੇਟੇ ਨੇ। ਆ ਬੇਟੇ ਨੇ। ਮਾਸ਼ਾਅੱਲਾ ਠੀਕ ਹੋ ਗਿਆ। ਅੱਛਾ, ਫਾਰਮਿੰਗ ਦੇ ਹਵਾਲੇ ਨਾਲ ਜਿਹੜੀ ਤੁਸੀਂ ਇਹ ਡੰਗਰਾਂ ਦੇ ਤੁਹਾਡੇ ਇੰਨੀ ਦੇਰ ਤੋਂ ਰੱਖ ਰਹੇ ਹੋ, ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਫਾਰਮਿੰਗ ਦੇ ਲੋਕਾਂ ਨੂੰ ਫੇਸ ਕਰਨੀਆਂ ਪੈਂਦੀਆਂ, ਡੰਗਰ ਰੱਖਣਾ ਨੂੰ ਸਾਹਮਣਾ ਕਰਨਾ ਪੈਂਦਾ, ਕਿਹੜੀਆਂ ਬਿਮਾਰੀਆਂ ਨੇ ਆਮ ਤੇ ਖਾਸ ਬਿਮਾਰੀਆਂ ਦੱਸਿਓ ਡੰਗਰਾਂ ਦੀਆਂ। ਬਹੁਤੀ ਬਿਮਾਰੀ ਭੈੜੀ ਜਿਹੜੀ ਹੈ ਨਾ ਉਹ ਤੇ ਇਹੀ ਮੋਕਰ ਜਿਹੜੀ ਆਉਂਦੀ ਸੀ, ਉਹ ਜਦੋਂ ਵੜ ਜੇ ਨਾ ਮਾਲ ਦੇ ਵਿੱਚ ਉਹ ਲੈ ਪੈਂਦੀ ਹੈ। ਉਹ ਕੀ ਚੀਜ਼ ਹੈ ਮੌਕਾ? ਮੋਕਰ ਹੀ ਆਉਂਦਾ ਜੀ, ਪੈਰਾਂ ਨੂੰ ਜਾਂ ਆਈ ਜਾਣੀ ਜਾਂ ਮੂੰਹ ਨੂੰ ਆਈ ਜਾਣੀ, ਡੰਗਰ ਕੋ ਪੱਠੇ ਨਹੀਂ ਖਾਣ ਹੋਣੇ, ਜਾਂ ਪੈਰ ਪੱਕ ਜਾਣੇ ਨੇ, ਤੁਰਿਆ ਨਹੀਂ ਜਾਂਦਾ। ਇਹ ਹੋਰ ਵੀ ਹੁੰਦੀ ਹੈ ਨਾ ਕਿ ਮੂੰਹ ਖੜੋਈਆਂ ਨਾਲ ਪਿੱਛਾ ਮਾਰਨਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ, ਆਹੋ ਪਿੱਛੇ ਸਾਹਮਣਾ ਕਰਨਾ ਪੈਂਦਾ। ਆਹ ਜੋ ਵੀ ਫਿਰ ਡਾਕਟਰ ਨੂੰ ਲਿਆਉਣਾ ਪੈਂਦਾ। ਦੇਸੀ ਇਲਾਜ ਨਹੀਂ ਕਰਦੇ? ਨਹੀਂ ਦੇਸੀ ਤੇ ਏਡਾ ਨਹੀਂ ਕੋਈ ਵੀ ਕਰੀਦਾ ਉਹਨੂੰ। ਗੰਡੇ ਛੰਡੇ ਦਿੰਦੇ ਨੇ ਮਿਰਚਾਂ। ਉਹ ਤੇ ਠੀਕ ਨੇ, ਮਰਚਾਂ ਮੁਰਚਾਂ ਵੀ ਗੋੜੀ ਛੋੜ ਮੈਂ ਜਿਹੜੀ ਪੁੱਛਿਆ ਕੱਢਦੀ ਹੋਏ ਸੂਣ ਵਾਲੀ, ਮੈਂ ਗੋੜੀ ਛੋੜ ਨੂੰ ਦਿੰਦੇ ਰਹੀਏ ਨਾ ਤੇ ਠੀਕ ਮੈਂ ਰਹਿੰਦੀ ਹੈ। ਸਹੀ ਹੈ। ਤੇ ਬਾਅਦ ਵਿੱਚ ਮੈਂ ਸੂਸ ਆ ਪੈ ਗਲਕੰਦ ਗਲਕੁੰਦ ਨੂੰ ਦਈਏ, ਫਿਰ ਵੀ ਮੈਂ ਨਾ ਠੀਕ ਨਾ ਦੁੱਧ ਨੂੰ ਵਾਵਾ ਟੁਰ ਪੈਂਦੀ ਹੈ ਤੇ ਨਾਲੇ ਪਿੱਛਾ ਖਿਲਾਰ ਜਾਂਦੀ ਹੈ। ਠੀਕ ਹੈ। ਅੱਛਾ, ਇਹ ਦੱਸਿਓ ਕਿ ਤੁਹਾਡਾ ਖਰਚਾ ਜਿਹੜਾ ਵੀ ਦਿਨ ਦਾ ਕਿੰਨਾ ਆ ਜਾਂਦਾ ਤੁਹਾਨੂੰ ਸਾਰੇ ਡੰਗਰਾਂ ਦਾ? ਹੁਣ ਖਰਚਾ ਤੇ ਵਾਵਾ ਹੀ ਪਾਉਂਦਾ ਜੀ ਸਾਨੂੰ। ਕਿੰਨਾ ਕੁ ਆ ਜਾਂਦਾ ਬਾਕੀ ਤੌਰ ਅੰਦਾਜ਼ਨ ਦੱਸ ਦਿਓ। ਅੰਦਾਜ਼ਨ ਮੈਂ 4000 ਦਾ ਵੱਢ ਲਿਆਉਂਦਾ ਪਿਆ ਰੋਜ਼ਾਨਾ ਦਾ? ਰੋਜ਼ਾਨਾ ਦਾ 4000 ਦਾ ਵੱਢ ਹੁੰਦਾ ਜੇ। ਤੇ ਤੂੜੀ ਕਿੰਨੀ ਪਾਈ ਹੈ ਕੱਲ ਤੂੰ ਲੈ ਕੇ? 8000 ਦਾ ਖਰਚਾ ਆਇਆ ਜੀ। ਤੇ ਵਿੱਚ ਮਜ਼ਦੂਰੀ ਲੱਗ? ਮਜ਼ਦੂਰੀ ਛੱਡੋ ਤੇ ਮਜ਼ਦੂਰੀ ਤਾਂ ਆਪਣੀ ਹੈ ਨਾ ਹੁਣ। ਨਹੀਂ, ਆਪਣੀ ਮਜ਼ਦੂਰੀ ਦਿਹਾੜੀ ਵੀ ਤਾਂ ਪਾਣੀ ਆ ਨਾ, ਯਾਨੀ ਕਿ 10000 ਲਾ ਲਈ ਅਸੀਂ 35। ਹਾਂ 10000 ਲਾ ਲਵੋ ਹੁਣ ਖਰਚਾ। ਜ਼ਾਹਰ ਹੈ ਤੁਸੀਂ ਕੰਮ ਕਰਦੇ ਹੋ, ਤੁਸੀਂ ਆਪਣੀ ਦਿਹਾੜੀ ਦਾ। ਇਸ ਵੇਲੇ ਹੁਣ 10000 ਖਰਚਾ ਕੇ ਹਰ ਚੀਜ਼ ਮੁੱਲ ਦੀ ਹੈ ਇਸ ਵੇਲੇ, ਕਿ ਆਪਣੀ ਬਿਲਕੁਲ ਪੈਲੀ ਦੀ ਵੀ ਕੋਈ ਨਹੀਂ। ਅੱਛਾ, ਤੇ ਆਪਣੀ ਪੈਲੀ ਦੀ ਕੋਈ ਨਹੀਂ, ਬਿਲਕੁਲ ਕਿਸੇ ਚੀਜ਼ ਦੀ ਨਹੀਂ ਹੁਣ। ਤੇ ਦੁੱਧ ਦੇ ਤੁਹਾਨੂੰ ਕਿੰਨੇ ਕੁ ਪੈਸੇ ਮਿਲ ਜਾਂਦੇ ਨੇ? ਦੁੱਧ ਮੈਂ 16000 ਦਾ ਹੋ ਜਾਂਦਾ ਹੁਣ। ਹਾਂ ਮਾਸ਼ਾਅੱਲਾ। ਹਾਂ ਹੁਣ 16000 ਹਾਂ ਫਿਰ ਵੀ ਬਚੀ ਜਾਂਦਾ, 16000 ਦਾ ਹੁਣ ਦੁੱਧ ਹੋ ਜਾਂਦਾ। ਯਾਨੀ ਕਿ ਤੁਸੀਂ ਫਿਰ ਵੀ ਮਤਲਬ ਨੁਕਸਾਨ 'ਚ ਨਹੀਂ ਜਾ ਰਹੇ? ਨਹੀਂ ਨੁਕਸਾਨ ਤਾਂ ਕੋਈ ਨਹੀਂ ਆਵੇ ਬੰਦਾ ਪਿਆ। 4 ਬੰਦੇ ਲੱਗੇ ਉਹਦਾ। ਹਾਂ ਫੁੱਲ ਖਰਚਾ ਜੋ ਹੋਣਾ ਇਸ ਵੇਲੇ ਕਿ ਕੋਈ ਚੀਜ਼ ਆਪਣੀ ਘਰ ਦੀ ਬਿਲਕੁਲ ਵਿੱਚ ਦੇ। ਤੇ ਚਾਚਾ ਜਦੋਂ ਖਰਚਾ ਸਭ ਤੋਂ ਘੱਟ ਹੁੰਦਾ ਹੈ, ਮਤਲਬ ਇਸ ਟਾਈਮ ਤੇ ਫੁੱਲ ਖਰਚਾ ਹੁੰਦਾ, ਉਦੋਂ ਕਿੰਨਾ ਖਰਚਾ ਹੁੰਦਾ ਤੁਹਾਡਾ ਨਾਲ 35 ਜਾਨਵਰ ਤੇ? ਉਹ ਕਿਹੜੀ ਵਜ੍ਹਾ ਤੋਂ ਘੱਟ ਖਰਚਾ ਹੁੰਦਾ? ਉਦੋਂ ਪੱਠੇ ਛਟਾਲਾ ਜਦੋਂ ਘਰ ਦਾ ਹੋ ਜਾਂਦਾ ਹੈ, ਉਦੋਂ ਫਿਰ ਵੰਡ ਵੀ ਘੱਟ ਪਾਈਦਾ, ਤੂੜੀ ਵੀ ਦੀ ਬਿਲਕੁਲ ਪਾੜੀ ਉੱਕੀ ਬੁੱਕੀ ਹੈ, ਤੋਂ ਸਾਰੀ ਬਹੁਤੀ ਬਜਤੀ ਹੈ। 2000 ਦਾ ਟਰਾਇਆ ਦਾ ਵੱਡ ਪਾ ਲਈਏ ਤੇ ਵੇਚੋ ਲਈਏ। 2-3000 ਦਾ ਵੰਡ ਤੇ 2-3000 ਦਾ ਛਾਲਾ ਉਹ ਛਟਾਲਾ ਤੇ ਚਲੋ ਅੱਗੇ ਘਰ ਦੇ ਹੀ ਹੋ ਗਿਆ ਹੁੰਦਾ ਬੇਬਾ। ਪਾਓ ਹਾਂ ਵਿੱਚ ਹੋਈ ਹਾਂ 5000 ਰੁਪਇਆ 6 ਖਰਚਾ ਹੋ ਗਿਆ। ਤੇ ਹੁੰਦਾ। ਛਾਲਾ ਖਾ ਕੇ ਦੁੱਧ ਵੀ ਬਹੁਤਾ ਦਿੰਦੀ ਦੁੱਧ ਵੀ ਜ਼ਿਆਦਾ ਦੇ ਦਿਆ, 16 ਜਗ੍ਹਾ ਤੇ 20 ਦਾ ਬਣਦਾ ਹੈਗਾ। ਉਹ 20000 ਦੇ ਦੁੱਧ ਤੋਂ ਜ਼ਿਆਦਾ। 35 ਜਾਨਵਰਾਂ ਦਾ ਛਾਲੇ ਦੇ 2 ਤੇ 5000 ਖਰਚਾ ਤੇ 20000 ਉਹਦੇ ਚ ਪ੍ਰਾਫਿਟ 15000 ਬਚਿਆ। ਮਾਸ਼ਾਅੱਲਾ। ਨਹੀਂ, ਜ਼ਾਹਰ ਹੈ ਹਰ ਕਾਰੋਬਾਰ 'ਚ ਫਾਇਦਾ ਨੁਕਸਾਨ ਹੁੰਦਾ ਹੈ। ਠੀਕ ਹੈ, ਚੱਲ ਨਾ ਉਂਝ ਵੀ ਮੱਝਾਂ ਦੁੱਧ ਜ਼ਿਆਦਾ। ਜ਼ਿਆਦਾ ਦਿੰਦੀਆਂ ਨੇ। ਹੁਣ ਤੁਸੀਂ ਇਹ ਦੱਸਿਓ ਕਿ ਤੁਸੀਂ ਦੁੱਧ ਦਾ ਕਾਰੋਬਾਰ ਜ਼ਿਆਦਾ ਕਰਦੇ ਹੋ ਜਾਂ ਫਿਰ ਗੁੰਜਾਸ਼ਾ ਵੇਚ ਕੇ ਉਹਨਾਂ ਨੂੰ ਪੈਸੇ ਕਮਾਉਂਦੇ ਹੋ? ਨਹੀਂ ਅਸੀਂ ਦੁੱਧ ਹੀ ਜ਼ਿਆਦਾ ਕਰਦੇ, ਤੁਹਾਡਾ ਜ਼ਿਆਦਾ ਦੁੱਧ ਹੁੰਦਾ ਹੈ ਦੁੱਧ ਹੀ ਬਹੁਤ ਤੇ ਆ। ਕੱਟੇ ਛੱਟੇ ਉਹਨਾਂ ਨੂੰ ਜਵਾਨ ਕਰਕੇ ਨਹੀਂ ਵੇਚਦੇ? ਉਹ ਜਵਾਨ ਕਰਕੇ ਕੋਈ ਹੋਈ ਹੈ ਉਹ ਵੇਚ ਲਈਦੇ ਨੇ ਫਿਰ। ਅੱਛਾ, ਤੇ ਉਹਨਾਂ ਨੂੰ ਤੁਸੀਂ? ਉਹ ਏਡੀ ਰੇਂਜ ਭਰਾ ਕੇ ਗਿਲਦੇ, ਬਹੁਤਾ ਧਿਆਨ ਦੁੱਧ ਵਾਲੀ ਰੱਖੀਦਾ ਸਹੀ ਹੈ। ਹੈ। ਤੇ ਉਂਝ ਕਿੰਨੀ ਕੁ ਦੇਰ ਤੱਕ ਦੇ ਵੇਚ ਛੱਡਦੇ ਹੋ? 4 ਮਹੀਨਿਆਂ ਦਾ, 6 ਮਹੀਨਿਆਂ ਦਾ, ਕਿੰਨਾ ਕੁ ਦਾ ਵੇਚ ਛੱਡਦੇ ਹੋ? ਅੱਜ 54 ਮਹੀਨੇ ਛਿਆ ਦਾ ਵੇਚ ਛੜੀਦਾ। ਠੀਕ ਹੋ ਗਿਆ। ਤੇ ਤੁਸੀਂ ਜ਼ਿਆਦਾਤਰ ਤਾਂ ਕੱਟੇ ਨਹੀਂ ਰੱਖਦੇ? ਹਾਂ ਨਹੀਂ ਰੱਖੀ। ਮੱਝਾਂ ਦਾ ਲੈਣ ਦੇਣ ਵੀ ਕਰਦੇ ਹੋ ਕੋਈ ਅੱਗੋਂ? ਨਹੀਂ ਕੋਈ ਮੈਂ ਵਿੱਚ ਉਖੜ ਪੁਖੜ ਜਾਏ ਨਾ, ਜਿਹੜੀ ਨਾ ਗੁਸੂਣ ਵਾਲੀ ਨਿਕਲੇ ਉਹ ਫਿਰ ਵੇਚ ਛੜੀਦੀ ਹੈ, ਉਹ ਕਸਾਈਆਂ ਨੂੰ ਦੇਖ ਲਈਦੀ ਹੈ, ਉਹ ਉਂਝ ਨਹੀਂ ਲੈਣ ਦੇਣੇ ਨਾ ਕਰੀਦਾ। ਸਹੀ ਹੋ ਗਿਆ। ਅਸੀਂ ਵੇਚਦੇ ਨਹੀਂ ਕੋਈ ਵੀ। ਉਹਨਾਂ ਦੱਸਿਓ ਕਿ ਜਿਹੜੇ ਲੋਕ ਇਹ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ? ਮਤਲਬ ਮੈਂ ਇੱਕ ਕਾਰੋਬਾਰ ਕਰਨਾ ਚਾਹੁੰਦਾ, ਮੈਨੂੰ ਇਹ ਗੱਲਾਂ ਦਾ ਨਹੀਂ ਪਤਾ, ਤੁਸੀਂ ਦੱਸੋ ਵੀ ਇਹ ਗੱਲਾਂ ਜ਼ਿਹਨ 'ਚ ਰੱਖਿਓ ਅਗਰ ਕਾਰੋਬਾਰ ਕਰਨਾ ਚਾਹੀਦਾ, ਗੁਰ ਦੀਆਂ ਗੱਲਾਂ। ਖਾਸ ਖਿਆਲ ਤੇ ਉਹੀ ਕਿ ਧਿਆਨ ਨਾਲ ਉਹਨਾਂ ਮਈਆਂ ਨੂੰ ਪੱਠੇ ਪੈਣ, ਧਿਆਨ ਨਾਲ ਪਾਣੀ ਦੇਵੇ ਹੈ, 4 ਵਜੇ ਮਈਆਂ ਤੇ ਕੋਲ ਰਵੇ ਬੰਦਾ। ਸਹੀ ਹੈ। 24 ਘੰਟੇ ਦਾ ਕੰਮ ਹੈ? 24 ਘੰਟੇ ਦਾ ਕੰਮ ਹੈ। ਤੇ ਜਦੋਂ ਇਹਦੀ ਲਾਪਰਵਾਹੀ ਕੋਈ ਨਹੀਂ ਬਿਲਕੁਲ ਉਹ ਕੀ ਤੇ ਅਗਰ ਇੱਕ ਇਹ ਬੰਦਾ ਕੰਮ ਹੈ। ਸਵੇਰੇ ਇਹਨਾਂ ਨੂੰ ਬੰਨ ਬੁੰਨ ਕੇ ਪੱਟੇ ਛੱਡੇ ਪਾ ਕੇ ਫੈਕਟਰੀ ਕੰਮ ਤੇ ਤੁਰਦੇ, ਉਹ ਨਹੀਂ ਕੰਮ ਚੱਲਣ ਲੱਗਾ? ਨਹੀਂ ਜੀ ਉਹ ਕੋਈ ਨਹੀਂ, ਕੋਈ ਨਹੀਂ ਕੰਮ, ਉਹ ਕੰਮ ਕੋਈ ਨਹੀਂ ਇਹਦਾ। ਕੀ ਪਤਾ ਹੁੰਦਾ ਮਗਰੋਂ ਅੰਦਰ ਬੱਜੀਆਂ ਨੇ ਕੋਈ ਰਸਾਈ ਫਸਾ ਲਈਦੀ ਹੈ। ਆਹ 12 ਵਜੇ ਪਾਣੀ ਪਈਆਂ ਤਰੇ ਵੀ ਲੱਗਦੀ ਹੈ, ਬੰਦੇ ਨੂੰ ਕਿਹੜੇ ਵੇਲੇ ਵੀ ਤਰੇ ਲੱਗ ਸਕਦੀ ਹੈ। ਜਿਹੜੀਆਂ ਫੁੱਲ ਟਾਈਮ ਹੈ? ਹਾਂ ਤੁਸੀਂ ਇਹ ਡਿਊਟੀ ਆਦਾ ਡਿਊਟੀ ਹੈ ਜੀ ਹਰ ਵੇਲੇ। ਤੇ ਚਲੋ ਜੇ ਡਿਊਟੀ ਆਦਾ ਰਹੇ ਤੇ ਚਲੋ ਕੋਈ ਛੁੱਟੀ ਦੇ ਵਿੱਚ ਜੋ ਪ੍ਰਾਫਿਟ ਵੀ ਤੇ ਦਿਹਾੜੀ ਵੀ ਦਿਹਾੜੀ ਉੱਜੀ ਲੱਗਣੀ ਹੈ ਜ਼ਬਰਦਸਤ। ਹੈ। ਈਦ ਆਉਣੀ ਹੈ ਤੇ ਈਦ ਤੇ ਵੀ ਛੁੱਟੀ ਕੋਈ ਨਹੀਂ ਸਾਨੂੰ ਹੈ, ਤੇ ਚਲੋ ਈਦ ਵਾਲੇ ਦਿਨ ਵੀ ਦਿਹਾੜੀ ਵੀ ਤੇ ਆਪਣੀ ਲੱਗਣੀ ਹੈ ਨਾ। ਯਾਨੀ ਉਹ ਕਾਰੋਬਾਰ ਹੈ ਜਿਹੜਾ 24 ਘੰਟੇ ਔਰ 24 ਘੰਟੇ ਦਾ ਕੰਮ ਹੈ ਸਾਡਾ, 365 ਦਿਨ ਚੱਲਦਾ ਹੈ। ਚੱਲਦਾ ਪਿਆ ਇਹਦੇ 'ਚ ਛੁੱਟੀ ਕੋਈ ਨਹੀਂ? ਛੁੱਟੀ ਕੋਈ ਨਹੀਂ ਬਿਲਕੁਲ। ਜ਼ਬਰਦਸਤ ਜੀ। ਅੱਛਾ, ਹੁਣ ਇਹ ਦੱਸਿਓ ਕਿ ਘੱਟ ਤੋਂ ਘੱਟ ਕਾਰੋਬਾਰ ਅਗਰ ਕੋਈ ਬੰਦਾ ਸ਼ੁਰੂ ਕਰਨਾ ਚਾਹੁੰਦਾ ਹੈ, ਕਿੰਨੇ ਪੈਸਿਆਂ ਤੋਂ ਸ਼ੁਰੂ ਕਰੇ ਔਰ ਕਿੰਨੀਆਂ ਮੱਝਾਂ ਤੋਂ ਸ਼ੁਰੂ ਕਰੇ? ਘੱਟ ਤੋਂ ਘੱਟ ਜਿਹੜਾ ਬੰਦਾ ਕੰਮ ਸ਼ੁਰੂ ਕਰੇਗਾ ਨਾ ਪਾਉਂਦਾ ਨਾ, ਜੀ। ਮਈਆਂ ਉਹਨੇ 3 ਵੀ ਲੈ 4 ਵੀ, ਪਰ ਉਹਨੂੰ ਸਵਾਦ ਬੜਾ ਆਏਗਾ। ਅੱਛਾ। ਪਰ ਉਹਨੂੰ ਆਉਂਦੇ ਪੈਸੇ ਮਈਆਂ ਸੱਜਣੀਆਂ ਹੋਣੀਆਂ ਨੇ ਹੈ, ਤੇ ਆਹਰ ਉਹਨਾਂ ਦੁੱਧ ਸ਼ੁੱਧ ਦੇਣਾ, ਉਹਨੇ ਵੇਚਣੇ ਨੇ ਪੈਸੇ। ਜਿਵੇਂ ਉਹ ਮੁੰਡੇ ਤੁਹਾਨੂੰ ਪਤਾ ਦੱਸਦੇ ਆ ਕਿ ਉਹਨੇ ਗਾਈਆਂ ਹੋਣਾ ਦੀ ਹੈ, ਪਹਿਲੇ ਮਕਾਹੜੀਆਂ ਨੇ ਸਾਰੀਆਂ, ਮੁੰਡੀ ਛੁੱਟੀ ਸ਼ੁਰੂ ਤੇ ਹੁਣ ਗਾਈਆਂ ਆਉਂਦੀ ਹੈ ਤੇ ਹੁਣ ਉਹਨੂੰ ਬੜਾ ਸਵਾਦ ਪਿਆ ਹੁੰਦਾ ਹੈ। ਤੇ ਰੁਪਈਏ ਤੇ ਪਾਉਂਦੇ ਤੁਹਾਨੂੰ ਪਤਾ ਸੱਜਣੀਆਂ ਮਈਆਂ ਤੇ ਵੱਟੇ ਜਾਂਦੇ ਨੇ ਸਹੀ ਹੈ। ਹੈ। ਤੇ ਉਹ ਜਿਹੜੇ ਪਾ ਲੈਣੇ ਨੇ ਉਹ ਤੇ ਉਹਨੂੰ ਭੁੱਲ ਜਾਣੇ ਨੇ ਕਿ ਰੁਪਈਏ ਜਿਹੜੇ ਮੈਂ ਦੇਖ ਰਹੇ ਨੇ ਉਹ ਕੋਈ ਗੱਲ ਨਹੀਂ, ਰੋਜ਼ ਦੇ ਰੋਜ਼ ਆਉਣ ਲੱਗ ਪਏ ਨੇ। ਠੀਕ ਹੋ ਗਿਆ।
ਹੈ ਪੈਸੇ ਤਾਂ ਸਵੇਰੇ ਵੀ ਲੱਭਣੇ ਨੇ ਤੇ ਸ਼ਾਮ ਨੂੰ ਵੀ ਲੱਭਣੇ ਨੇ ਦੋਜੀ ਦੋ ਟਾਈਮ ਮਈਆਂ ਨੇ ਦੇਣੇ ਤੇ 6 ਮਹੀਨੇ ਬਾਅਦ ਫੇਰ ਉਹ ਮੱਝਾਂ ਲੈਵੇ 6 ਮਹੀਨਿਆਂ ਬਾਅਦ ਫਿਰ ਮਈਆਂ ਹੋਰ ਪਾ ਲੈ ਤੇ ਅਗਰ ਨਾ ਲਵੇਗਾ ਤਾਂ ਫੇਰ ਨੂੰ ਪੱਲਿਓ ਪੈਣਗੇ। ਪੱਲੇ ਉਹਦੇ ਨਹੀਂ ਪੈਣੇ ਪਰ ਫਿਰ ਮਜਬੂਰ ਤੇ ਹੋਣਾ ਆਖਣਾ ਗੇ ਨਹੀਂ ਲੱਭਦੇ ਹਾਲ ਤਾਂ ਹੁਣ ਮੈਨੂੰ ਕੀ ਲੱਭਦਾ ਪਿਆ ਵਿਸ਼ਵਾਸ ਤੇ ਉਹਨੂੰ ਹੋਣਾ ਹੀ ਹੈ ਨਾ ਹੈ ਇਹ ਬੜੀ ਗੁਰ ਦੀ ਗੱਲ ਦੱਸ ਰਹੇ ਕਿ ਜਿਹੜੇ ਬੰਦੇ ਡੰਗਰ ਪਾਲਣਾ ਚਾਹੁੰਦੇ ਨੇ ਉਹ ਇਹਨਾਂ ਗੱਲਾਂ ਨੂੰ ਜ਼ਰਾ ਜ਼ਿਹਨ 'ਚ ਰੱਖਣ ਕਿ ਨਵੀਆਂ ਮੱਝਾਂ ਸੂਈਆਂ ਲੈਂਦੀਆਂ ਉਹ ਦੁੱਧ ਹੋਏਗਾ। ਉਹ ਧਿਆਨ ਦੇਣਾ ਉਹ ਪੈਸੇ ਰੱਖੀ ਜਾਣ ਫਿਰ ਤੇ ਮੈਂ ਲੈ ਲੈ ਤੇ ਜੇ ਯਾਰਾਂ ਦੋਸਤਾਂ 'ਚ ਖਾ ਵਡਾ ਛੱਡ ਹੋਰਾਂ ਦੇ ਵੀ ਮੁੰਡੇ ਵਿੱਚ ਹੁੰਦੇ ਨੇ ਸਹੀ ਹੋ ਹੈਂ? ਜਿਹੜੀ ਤੇ ਉਹਨਾਂ ਤੇ ਫਿਰ ਖੀਰ ਉਹਨਾਂ ਨੂੰ ਘੱਟ ਆਈ ਹੈ ਜਿਹੜੀ ਇਨਕਮ ਹੈ ਉਹਨੂੰ ਸੰਭਾਲਣਾ ਚਾਹੀਦਾ ਔਰ ਜ਼ਿਹਨ 'ਚ ਰੱਖਣਾ ਚਾਹੀਦਾ ਕਿ 5-6 ਇਹ ਮੈਂ ਚਲੋ ਪੈਸੇ ਮੈਨੂੰ ਘਰੋਂ ਲੱਭੇ ਨੇ ਜਾਂ ਕਿਤੋਂ ਲੱਭੇ ਨੇ ਮੈਂ ਮਾਲ ਦੇ ਵਿੱਚ ਪਾਏ ਨੇ ਇਹ ਪੈਸੇ ਮੈਂ ਕਿਸੇ ਤਰ੍ਹਾਂ ਪੂਰੇ ਕਰਾਂ ਸਹੀ ਹੋ ਗਿਆ ਉਹ ਪੈਸੇ ਪੂਰੇ ਕਰੇ ਤੇ ਉਹਨਾਂ ਦੇ ਉਹਨਾਂ ਥਾਂ ਦੇ ਹੋਰ ਮਈਆਂ ਵਾਂਗੂ ਲੈ ਆਵੇ ਜਦੋਂ ਮਈਆਂ ਕੱਢਣ ਸਹੀ ਹੋ ਗਿਆ ਤੇ ਜੇ ਆਖੇ ਮੈਂ ਹੁਣ ਬੜੀ ਰੈਸ਼ ਬਣ ਜਾਵਾਂ ਇੰਜ ਬਣ ਜਾ ਤਾਂ ਉਹ ਗੱਲ ਕੋਈ ਨਹੀਂ ਸਹੀ ਹੈ ਯਾਨੀ ਕਮਾ ਕੇ ਤੇ ਫਿਰ ਤੇ ਲਾਂਦਾ ਜਾਏ ਤੇ ਫਿਰ ਕੰਮ ਚਲਾਉਂਦਾ ਜਾਏ। ਕੰਮ ਚਲਾਉਂਦਾ ਜਾਏ ਫਿਰ ਤੇ ਠੀਕ ਹੈ ਠੀਕ ਹੈ ਯਾਨੀ ਫਿਰ ਕੰਮ ਵੱਧਦਾ ਜਾਏਗਾ ਆਸਤਾ ਆਸਤਾ ਵੱਧਦਾ ਜਾਏਗਾ ਉਹਨੂੰ ਇੱਕ ਸਰਕਟ ਬਣਾਉਣਾ ਪੈਣਾ ਕਿ ਜਦੋਂ ਮੱਝਾਂ ਸੋਏ ਤੇ ਆ ਜਾਣਗੀਆਂ ਖੰਗੜੀਆਂ ਹੋ ਜਾਂਦੇ ਤੇ ਬਾਅਦ ਫਿਰ ਉਹਦਾ ਕੰਮ ਚੱਲਦਾ ਜਾਏ। ਚੱਲਦਾ ਜਾਏ ਇਹ ਤੇ ਨਾ ਕੋਈ ਮੈਨੂੰ ਅੱਜ ਪੈਸੇ ਲੱਭ ਦੇਣ ਪਏ ਮੇਰੇ ਕੋਲ ਨੇ ਪੈਸੇ ਮੈਂ ਖਾ ਬੰਦਿਆਂ ਦੇ ਵਿੱਚ ਵਿਚਾਰਾਂ ਬਹਿ ਕੇ ਕਿ ਜੈਸੀ ਕਰਾਂ ਠੀਕ ਹੈ ਤੇ ਉਹ 6 ਮਹੀਨੇ ਕਰੇਗਾ ਜੈਸੀ ਤੇ ਮਗਰੋਂ ਰੱਜ ਰਹੇਗਾ। ਅੱਛਾ ਚਾਚਾ ਮਨਵਰ ਸਾਹਿਬ ਕੋਈ ਅਹਿਮ ਗੱਲ ਦੱਸਿਓ ਜਿਹੜੀ ਤੁਸੀਂ ਅਸੀਂ ਨਹੀਂ ਪੁੱਛ ਸਕੇ ਔਰ ਤੁਸੀਂ ਦੱਸਣਾ ਚਾਹੋ ਕਿ ਮਸ਼ਵਰਾ ਉਹਨਾਂ ਲੋਕਾਂ ਜੋ ਡੰਗਰ ਪਾਲਣਾ ਚਾਹੁੰਦੇ ਨੇ ਆਖਰੀ ਕੋਈ ਗੱਲ ਹੈ ਅਹਿਮ ਗੱਲ ਕੋ ਦੱਸਣਾ ਚਾਹੋ ਜਿਹੜੀ ਕਿ ਇਹ ਵੀ ਕੰਮ ਜ਼ਰੂਰ ਹੋਣਾ ਚਾਹੀਦਾ। ਇਹ ਜ਼ਰੂਰ ਕੰਮ ਹੋਣਾ ਚਾਹੀਦਾ ਕਿ ਬੰਦੇ ਨੂੰ ਪੈਲੀ ਠੇਕੇ ਤੇ ਲਏ ਜਿਵੇਂ ਮਰਜ਼ੀ ਲਏ ਪੈਲੀ ਜ਼ਰੂਰ ਲੈਣੀ ਚਾਹੀਦੀ ਹੈ। ਅੱਛਾ ਇਹ ਜ਼ਰੂਰੀ ਹੈ ਕਿ ਮਾਰ ਵਾਸਤੇ ਪੈਲੀ ਹੋਏ ਤੇ ਪੱਠੇ ਛੱਠੇ ਜਿਹੜੇ ਧਿਆਨ ਨਾਲ ਪੀ ਬੀਜੇ ਭਾਵੇਂ ਠੇਕੇ ਤੇ ਔਖਾ ਹੋਏ ਸੌਖਾ ਹੋਏ ਠੇਕੇ ਤੇ ਜ਼ਰੂਰ ਲਾਂਬੂ ਲੈ ਜੇ ਤੁਸੀਂ ਕਹਿਣਾ ਚਾਹੋ ਆਪਣੀ ਨਾਮ ਹੀ ਹੋਏ ਨਾ ਤੇ ਜੋ ਠੇਕੇ ਛੇਕੇ ਤੇ ਬੰਦਾ ਲੈ ਲੇ ਨਾ ਤੇ ਡੰਗਰਾਂ ਵਾਸਤੇ ਫਿਰ ਵੀ ਫਾਇਦਾ ਕਿ ਜੋ ਗੋਇਆ ਸ਼ੋਇਆ ਵੀ ਪਾਏ ਬੰਦਾ ਫਸਲ ਵੀ ਜ਼ਿਆਦਾ ਹੁੰਦਾ ਪੱਠੇ ਵੀ ਜ਼ਿਆਦਾ ਹੁੰਦੇ ਨੇ ਜਿਹੜੇ ਆਪਣੇ ਪੱਠੇ ਬੀਜਣੇ ਨੇ ਪੈਲੀ ਵਾਲੇ ਬੰਦੇ ਨੂੰ ਪੱਠੇ ਹੀ ਜ਼ਿਆਦਾ ਹੁੰਦੇ ਨੇ। ਸਹੀ ਹੈ ਯਾਨੀ ਬੜਾ ਜ਼ਬਰਦਸਤ ਉਹ ਗੱਲ ਦੱਸੀ ਹੈ ਔਰ ਅਹਿਮ ਗੱਲ ਦੱਸੀ ਹੈ ਪਹਿਲੇ ਸਾਨੂੰ ਕਿਸੇ ਬੰਦੇ ਨਹੀਂ ਦੱਸੀ ਕਿ ਪੱਠੇ ਜਿਹੜੇ ਨੇ ਉਹ ਆਪਣੇ ਹੋਣੇ ਚਾਹੀਦੇ ਨੇ। ਪੱਠੇ ਜ਼ਰੂਰੀ ਹੋਣੇ ਪਹਿਲੀ ਚਾਹੀਦੇ ਜਿਹੜੀ ਉਹ ਆਪਣੀ ਲੈ ਕੇ ਮੁੱਲ ਦੇ ਨਾਲ ਪੱਠੇ ਲੈ ਕੇ ਕਿਸੇ ਨੇ ਬੀਜਣੇ ਤੇ ਉਹ ਖਰੀਦ ਲੈ ਉਹ ਖਰੀਦ ਲਓ। ਉਹ ਜਿਹੜਾ ਔਖਾ ਕੰਮ ਹੈ ਜਿਹੜੀ ਠੇਕੇ ਤੇ ਪੈਲੀ ਲੈਣੀ ਹੈ ਨਾ ਭਾਵੇਂ ਮਹਿੰਗੀ ਵੀ ਥੋੜੀ ਬਹੁਤੀ ਲੱਭੀ ਹੈ ਉਹ ਬਾਰੇ ਵਿੱਚ ਠੀਕ ਹੈ ਜੀ ਬੜੀ ਮਿਹਰਬਾਨੀ ਜੀ ਮਨਵਰ ਸਾਹਿਬ ਜ਼ਿੰਦਾਬਾਦ ਜੀ ਅਸਲਾਮ ਅਲੈਕੁਮ।